हेलो स्टूडेंट्स। बेटा ये क्लास 8th ਦਾ ਪੇਪਰ ਹੈ ਜੋ ਇਸ ਵਾਰ ਆਇਆ ਬਾਈ ਮੰਥਲੀ ਐਗਜ਼ਾਮ ਦੇ ਵਿੱਚ ਸੈਪਟੈਂਬਰ ਵਿੱਚ। ਸੋ ਟੁਡੇ ਇਨ ਦਿਸ ਵੀਡੀਓ ਵੀ ਵਿਲ ਡਿਸਕਸ ਥੀਸ ਕੁਐਸਚਨਸ ਤਾਂ ਕਿ ਤੁਹਾਡੀ ਅਗਰ ਕੋਈ ਮਿਸਟੇਕਸ ਹੋਈਆਂ ਤਾਂ ਤੁਸੀਂ ਇਹ ਦੇਖ ਲਓ ਕਿ ਆਨਸਰਸ ਕੀ ਹੈ ਇਹਨਾਂ ਦੇ ਤੇ ਉਹਨਾਂ ਨੂੰ ਰੈਕਟੀਫਾਈ ਕਰ ਸਕੋ। ਸੋ ਵਿਲ ਟੇਕ ਦ ਫਰਸਟ ਕੁਐਸਚਨ। A small fire can be put off by placing a heavy blanket over it. How does this happens? ਛੋਟੀ ਜੀ ਅਗਰ ਕਿਤੇ ਅੱਗ ਲੱਗੀ ਹੋਵੇ ਤਾਂ ਉਸ ਨੂੰ ਭਾਰਾ ਬਲੈਂਕਟ ਸੁੱਟ ਦਿੱਤਾ ਜਾਂਦਾ ਹੈ ਤਾਂ ਕਿ ਉਹਦੇ ਉੱਤੇ ਪਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਫਾਇਰ ਜਿਹੜੀ ਹੈਗੀ ਆ ਉਹ ਖਤਮ ਹੋ ਜਾਏ। ਇਹ ਕਿਸ ਤਰ੍ਹਾਂ ਹੁੰਦਾ ਹੈ? ਤਾਂ ਰੀਜ਼ਨ ਬਿਹਾਈਂਡ ਦਿਸ ਇਜ਼ ਕਿ ਬਲੈਂਕਟ ਜਦੋਂ ਅਸੀਂ ਪਾਉਂਦੇ ਆ ਤਾਂ ਆਕਸੀਜਨ ਸਪਲਾਈ ਕੱਟ ਆਫ ਹੋ ਜਾਂਦਾ ਹੈ ਕਿਉਂਕਿ ਵੀ ਨੋ ਆਕਸੀਜਨ ਜਿਹੜਾ ਹੈ ਦੈਟ ਇਜ਼ ਅ supporter for combustion. Supporter of combustion means ਅੱਗ ਦਾ ਜਲਣਾ ਤੇ ਅੱਗ ਦਾ ਜਲਣਾ ਆਕਸੀਜਨ ਸਪੋਰਟ ਕਰਦਾ ਹੈ। ਆਕਸੀਜਨ ਦੀ ਵਜ੍ਹਾ ਦੇ ਨਾਲ ਹੀ ਅੱਗ ਜਲਦੀ ਹੈ। ਤਾਂ ਅਗਰ ਅਸੀਂ ਉਸ ਸੋਰਸ ਨੂੰ ਖਤਮ ਕਰ ਦਾਂਗੇ ਤਾਂ ਫਾਇਰ ਜਿਹੜੀ ਹੈ ਉਹ ਪੁੱਟ ਆਫ ਹੋ ਸਕਦੀ ਹੈ। ਤਾਂ ਫੋਰਥ ਆਪਸ਼ਨ that is preventing the oxygen from reaching the fire, ਤਾਂ ਇਹ ਇਹਦਾ ਆਨਸਰ ਹੈ। ਆਕਸੀਜਨ ਸਪਲਾਈ ਹੀ ਨਹੀਂ ਜਾਏਗੀ blanket ਗਿਰਨ ਦੀ ਵਜ੍ਹਾ ਦੇ ਨਾਲ ਤਾਂ small the fire can be put off. Second question is, your friend has to climb a rock. She wants your help to select the rope for safe climbing. Which of the following ropes would you suggest her? ਤਾਂ ਇਸ ਦੇ ਵਿੱਚ ਤੁਹਾਡੇ ਫਰੈਂਡ ਨੇ ਇੱਕ ਚਟਾਨ ਤੇ ਚੜ੍ਹਨਾ ਹੈ ਤਾਂ ਉਸ ਦੇ ਵਿੱਚ ਉਹਨੇ ਰੋਪ ਲੈਣੀ ਹੈ ਰੱਸੀ। ਕਿਸ ਚੀਜ਼ ਦੀ ਰੱਸੀ ਬਣੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਗਿਰੇ ਨਾ, ਉਹ ਰੱਸੀ ਟੁੱਟੇ ਨਾ, ਸੇਫ ਕਲਾਈਮਿੰਗ ਹੋਵੇ। ਤਾਂ ਇਸ ਵਾਸਤੇ ਰੱਸੀ ਬਹੁਤ ਮਜ਼ਬੂਤ ਹੋਣੀ ਚਾਹੀਦੀ ਹੈ ਐਂਡ ਨਾਈਲਨ ਜਿਹੜਾ ਹੈ ਦੈਟ ਇਜ਼ ਦ ਸਟਰੋਂਗੈਸਟ ਮਟੀਰੀਅਲ ਫॉर द रोप। ਸੋ ਸੈਕਿੰਡ ਆਪਸ਼ਨ ਨਾਈਲਨ ਇਜ਼ ਕਰੈਕਟ। ਨਾਈਲਨ ਦੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪੈਰਾਸ਼ੂਟਸ ਵਗੈਰਾ, ਰੋਪਸ, ਇਹ ਸਾਰਾ ਕੁਝ ਬਣਦਾ ਹੈ ਕਿਉਂਕਿ ਇਹ ਕਾਫੀ ਇਸ ਦਾ ਪੈਰਾਸ਼ੂਟਸ ਵਗੈਰਾ ਬਣਾਉਣ ਵਾਸਤੇ ਟਰਬੂਲੈਂਸ ਜਿਹੜੀ ਤਰਪੈਲ ਹੁੰਦੀ ਹੈ, ਟੈਂਟਸ ਹੁੰਦੇ ਆ ਜਾਂ ਜਿਹੜੀ ਫਿਸ਼ ਨੈਟ ਹੁੰਦੀ ਹੈ ਉਹਦਾ ਸਾਰੇ ਦੇ ਵਿੱਚ ਨਾਈਲਨ ਯੂਜ਼ ਕੀਤਾ ਜਾਂਦਾ ਹੈ ਕਿਉਂਕਿ ਇਹ ਕਾਫੀ ਟਫ ਹੈ ਔਰ ਇਸੇ ਕਰਕੇ ਇਹਦੇ ਕਿੰਨੇ ਸਾਰੇ ਯੂਜ਼ਸ ਹੈ। ਤਾਂ ਰੋਪਸ ਜਿਹੜੀਆਂ ਹੈ ਯੂਜ਼ ਕੀਤੀ ਜਾਂਦੀ ਹੈ। ਦੈਨ ਥਰਡ ਕੁਐਸਚਨ ਇਜ਼ ਡਿਊਰਿੰਗ which of the chemical processes below is energy being absorbed? ਇਹਨਾਂ ਸਾਰਿਆਂ ਦੇ ਵਿੱਚੋਂ એનર્ਜੀ ਐਬਜ਼ੌਰਬ ਕਿਹੜੇ ਕੈਮੀਕਲ ਪ੍ਰੋਸੈਸ ਦੇ ਵਿੱਚ ਹੋ ਰਹੀ ਹੈ? So energy is absorbed in option 4, photosynthesis in plants. ਇਸ ਦੇ ਵਿੱਚ ਗੈਸਸ ਐਬਜ਼ੌਰਬ ਕੀਤੀਆਂ ਜਾਂਦੀਆਂ ਔਰ એનર્ਜੀ ਐਬਜ਼ੌਰਬ ਹੁੰਦੀ ਹੈ। ਬਾਕੀ ਸਾਰਿਆਂ ਦੇ ਵਿੱਚ ਹੀਟ ਨਿਕਲਦੀ ਹੈ ਜਾਂ ਕੈਮੀਕਲ ਪ੍ਰੋਸੈਸਸ ਦੇ ਵਿੱਚ એનર્ਜੀ ਲਾਸ ਹੁੰਦਾ ਹੈ। Then question 4th, a ray of light strikes a mirror as shown in the diagram by the incident ray. The reflected ray would be, ਤਾਂ ਇਹ ਰੇ ਤੁਸੀਂ ਦੇਖ ਪਾ ਰਹੇ ਹੋ ਇਨਸੀਡੈਂਟ ਰੇ ਇਹ ਹੈ। ਇਹ ਜਦੋਂ ਸਟ੍ਰਾਈਕ ਕਰ ਰਹੀ ਹੈ ਮਿਰਰ ਦੇ ਪਲੇਨ ਮਿਰਰ ਦੇ ਨਾਲ ਤਾਂ ਇਹ ਜਦੋਂ ਰਿਫਲੈਕਸ਼ਨ ਹੋਏਗਾ ਤਾਂ ਕਿਸ ਤਰ੍ਹਾਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਬੀ ਰੇ ਤੇ ਬਣੇਗੀ ਜਾਂ ਸੀ ਜਾਂ ਡੀ, ਕਿਹੜੀ ਰੇ ਬੀ ਸੀ ਡੀ ਵਿੱਚੋਂ ਕਿਹੜੀ ਰੇ ਹੋਏਗੀ। ਤਾਂ ਸਾਨੂੰ ਪਤਾ ਹੈ ਲਾਜ਼ ਆਫ ਰਿਫਲੈਕਸ਼ਨ ਦੇ ਅਕੋਰਡਿੰਗ ਐਂਗਲ ਆਫ ਇਨਸੀਡੈਂਸ ਇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ। ਜਿਸ ਤੇ ਉਹ ਸਟ੍ਰਾਈਕ ਕਰੇਗੀ ਉਸੇ ਉਨੇ ਹੀ ਐਂਗਲ ਤੇ ਉਹ ਵਾਪਸ ਆਏਗੀ। ਸੋ ਆਂਸਰ ਸੈਕਿੰਡ ਆਪਸ਼ਨ ਰੇ ਬੀ ਇਜ਼ ਦ ਕਰੈਕਟ ਆਂਸਰ। ਦੈਨ question 5, a car travels 60 km in 2 hours. What is the speed of the car? ਤਾਂ ਇਹ ਸਿੰਪਲ ਕੁਐਸਚਨ ਹੈ। ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ ਹੁੰਦਾ। ਇਹ ਦੇਖ ਲਓ ਤੁਸੀਂ, ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਸੋ ਇਹ ਕੱਟ ਕੇ ਕੀ ਆਏਗਾ 60 ਕਿਲੋਮੀਟਰ ਡਿਵਾਈਡਡ ਬਾਈ 2 ਆਵਰਸ। ਸਿੰਪਲ ਹੈ 30 ਕਿਲੋਮੀਟਰ ਪਰ ਆਰ। ਯੂਨਿਟਸ ਜਿਹੜੇ ਹੈ ਕਿਲੋਮੀਟਰ ਉੱਪਰ ਲੱਗੀਆਂ ਹੋਈਆਂ, ਆਰ ਨੀਚੇ ਹੈ ਤਾਂ ਆਂਸਰ ਦੇ ਵਿੱਚ ਕਿਲੋਮੀਟਰ ਪਰ ਆਰ ਆ ਜਾਏਗਾ। ਤਾਂ ਇਹਦਾ ਆਪਸ਼ਨ ਹੈ ਰਾਈਟ ਆਂਸਰ ਇਜ਼ ਥਰਡ ਆਪਸ਼ਨ that is 30 kilometer per hour. Then for next question 6, there is a tree in your school campus. During autumn its leaves are shed. What is the best way to dispose of these leaves? ਤਾਂ ਤੁਹਾਡੇ ਸਕੂਲ ਦੇ ਕੈਂਪਸ ਦੇ ਵਿੱਚ ਇੱਕ ਟਰੀ ਹੈ ਜਿਹਦੇ ਪੱਤੇ ਪਤਝੜ ਦੇ ਵਿੱਚ ਝੜ ਜਾਂਦੇ ਹੈ, ਬਹੁਤ ਸਾਰੇ ਪੱਤੇ ਹੋ ਗਏ ਆ ਗਰਾਊਂਡ ਦੇ ਵਿੱਚ, ਤਾਂ ਤੁਸੀਂ ਕੀ ਕਰੋਗੇ? ਜਾਂ ਤਾਂ ਬਰਨ ਕਰ ਦੋਗੇ ਲੀਵਸ, ਸੈਕਿੰਡ ਹੈ ਥਰੋ ਦਾ ਲੀਵ ਸੁੱਟ ਦੋਗੇ ਕਿਤੇ ਪਾਣੀ ਦੇ ਵਿੱਚ, ਕੋਈ ਨਹਿਰ ਵਗਰੀ ਹੈ, ਕੋਈ ਰਿਵਰ ਹੈ ਉਹਦੇ ਸੁੱਟ ਦੋਗੇ, ਜਾਂ ਥਰਡ ਹੈ ਕਿਸੇ ਪੁੱਟ ਦ ਲੀਵਸ ਇਨ ਅ ਪਿਟ ਟੂ ਗੈਟ ਕੰਪੋਸਟ, ਕਿਸੇ ਖੱਡੇ ਦੇ ਵਿੱਚ ਪਿਟ ਦੇ ਵਿੱਚ ਪਾ ਕੇ ਤੇ ਉਹਨੂੰ ਮਿੱਟੀ ਦੇ ਨਾਲ ਢੱਕ ਦੋਗੇ ਤਾਂ ਕਿ ਉਸਦੀ ਖਾਦ ਬਣ ਜਾਏ। ਜਾਂ ਚੌਥਾ ਹੈ ਕਿ ਲੀਵਸ ਨੂੰ ਇੱਧਰ ਉੱਧਰ ਸਕੂਲ ਕੈਂਪਸ ਦੇ ਵਿੱਚ ਸਕੈਟਰ ਕਰ ਜਾਓਗੇ, ਖਿੰਡਾ ਦੋਗੇ।
हाँ, राइट आंसर इज द थर्ड ऑप्शन, पुट द लीव्स इन अ पिट टू गेट कंपोस्ट, खाद बन जाएगी ਉਹਦੀ। Question 7 is Jasmine's father was removing unwanted plants from his field. Seeing this, Jasmine asked what this process is called. What would be her father's answer? ਜੈਸਮੀਨ ਨੇ ਦੇਖਿਆ ਕਿ ਉਹਦੇ ਪਾਪਾ ਰਿਮੂਵ ਕਰ ਰਹੇ ਹਨ ਕੁਝ ਅਣਚਾਹੇ ਪੌਦੇ ਜਿਹੜੇ ਠੀਕ ਨਹੀਂ ਲੱਗ ਰਹੇ ਹਨ ਆਪਣੀ ਫੀਲਡ ਵਿੱਚੋਂ, ਖੇਤ ਵਿੱਚੋਂ। ਤਾਂ ਇਹ ਦੇਖ ਕੇ ਜੈਸਮੀਨ ਨੇ ਕੀ ਕਿਹਾ ਆਪਣੇ ਪਾਪਾ ਨੂੰ ਕਿ ਇਸ ਪ੍ਰੋਸੈਸ ਨੂੰ ਕੀ ਕਹਿ ਕਹੋਗੇ, ਤੁਸੀਂ ਕੀ ਕਰ ਰਹੇ ਹੋ। ਤਾਂ ਜਿਹੜੇ ਅਨਵਾਂਟਡ ਪਲਾਂਟਸ ਹੁੰਦੇ ਆ ਬੇਟਾ, ਦੇ ਆਰ ਕਾਲਡ ਵੀਡਸ, ਐਂਡ ਉਹਨਾਂ ਨੂੰ ਰਿਮੂਵ ਕਰਨ ਦੇ ਪ੍ਰੋਸੈਸ ਨੂੰ ਅਸੀਂ ਕਹਿੰਦੇ ਹਾਂ ਵੀਡਿੰਗ। ਦ ਰਿਮੂਵਲ ਆਫ ਦੀ ਅਨਵਾਂਟਡ ਪਲਾਂਟਸ ਫਰਮ ਦ ਫੀਲਡ ਇਜ਼ ਕਾਲਡ ਦ ਵੀਡਿੰਗ। ਜਿਹੜੇ ਪਲਾਂਟ ਇਹ ਜਿਹੜੇ ਅਨਵਾਂਟਡ ਪਲਾਂਟਸ ਹੁੰਦੇ ਹੈ ਇਹ ਨਾਰਮਲ ਕ੍ਰੌਪ ਦੇ ਨਾਲ ਕੰਪੀਟ ਕਰਦੇ ਹੈ ਉਸ ਦੀ ਹਵਾ ਵਾਸਤੇ, ਪਾਣੀ ਵਾਸਤੇ, ਸੂਰਜ ਵਾਸਤੇ, ਰੋਸ਼ਨੀ ਵਾਸਤੇ, ਸਨਲਾਈਟ, ਏਅਰ, ਵਾਟਰ ਐਂਡ ਮੈਨਿਓਰ ਐਂਡ ਫਰਟੀਲਾਈਜ਼ਰਸ ਵਾਸਤੇ। ਜੋ ਵੀ ਕ੍ਰੌਪ ਲਈ ਪਾਏ ਜਾਂਦੇ ਹੈ ਇਹ ਉਹ ਐਬਜ਼ੌਰਬ ਕਰ ਲੈਂਦੇ ਹੈ ਔਰ ਕ੍ਰੌਪ ਨੂੰ ਸਹੀ ਤਰ੍ਹਾਂ ਗਰੋ ਨਹੀਂ ਹੋਣ ਦਿੰਦੇ। ਤਾਂ ਇਸ ਕਰਕੇ ਵੀਡਿੰਗ ਕਰ ਦਿੱਤੀ ਜਾਂਦੀ ਹੈ। ਵੀਡਿੰਗ ਦੇ ਕਈ ਤਰੀਕੇ ਤੁਸੀਂ ਪੜ੍ਹੇ ਆ ਕਿ ਇੱਕ ਹੈਂਡ ਪਿਕਿੰਗ ਹੁੰਦੀ ਹੈ, ਹੱਥ ਦੇ ਨਾਲ ਰਿਮੂਵ ਕਰਤਾ ਜਾਂਦਾ ਹੈ, ਥੋੜ੍ਹੀ ਜਿਹੀ ਜ਼ਮੀਨ ਨੂੰ ਗਿੱਲੀ ਕਰਕੇ ਖੁਰਪੇ ਦੀ ਮਦਦ ਨਾਲ ਕਰ ਦਿੰਦੇ ਆ, ਜਾਂ ਕਈ ਵਾਰੀ ਵੀਡੀਸਾਈਡਸ ਵੀ ਪਾ ਦਿੰਦੇ ਆ। ਸੋ ਆਂਸਰ 2 ਇਜ਼ ਦ ਰਾਈਟ ਆਂਸਰ, ਵੀਡਿੰਗ। ਦੈਨ ਕੁਐਸਚਨ 8, ਕੈਰੀਅਰ ਆਫ ਮਲੇਰੀਆ ਕਾਜ਼ਿੰਗ ਪ੍ਰੋਟੋਜ਼ੋਨ ਇਜ਼। ਮਲੇਰੀਆ ਕਾਜ਼ ਕਰਨ ਵਾਲਾ ਜਿਹੜਾ ਹੈ ਉਹ ਪ੍ਰੋਟੋਜ਼ੋਨ। ਕੈਰੀਅਰ ਕੌਣ ਹੈ ਜੋ ਉਸਨੂੰ ਕੈਰੀ ਕਰਦਾ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ। ਤਾਂ ਬੋਡੀ ਜਿਹੜੀ ਹੁੰਦੀ ਹੈ ਉਹ ਫੀਮੇਲ ਐਨੋਫਿਲੀਜ਼ ਮੋਸਕੀਟੋ ਦੀ ਹੈ। ਬਲੱਡ ਦੇ ਵਿੱਚ ਕਾਜ਼ਲ ਆਰਗੇਨਿਜ਼ਮ ਜਿਹੜਾ ਹੈ ਉਹ ਪ੍ਰੋਟੋਜ਼ੋਨ ਹੈ, ਜੋ ਕਿ ਉਹਦੇ ਵਿੱਚ ਕੈਰੀ ਹੁੰਦਾ ਜਦੋਂ ਮੱਛਰ ਕੱਟ ਕਰਦਾ ਹੈ, ਸਟਿੰਗ ਕਰਦਾ ਹੈ, ਤਾਂ ਉਸ ਬਲੱਡ ਦੇ ਨਾਲ ਹੀ ਇਹ ਮਲੇਰੀਆ ਦਾ ਜਿਹੜਾ ਆਰਗੇਨਿਜ਼ਮ ਹੈ ਕਾਜ਼ਲ ਏਜੰਟ ਉਹ ਟ੍ਰਾਂਸਫਰ ਹੋ ਜਾਂਦਾ ਹੈ। ਤਾਂ ਕੈਰੀਅਰ ਮੀਨਸ ਵਾਹਕ, ਲਿਜਾਣ ਵਾਲਾ। ਲਿਜਾਣ ਵਾਲਾ ਹੈ ਆਪਸ਼ਨ 1, ਫੀਮੇਲ ਐਨੋਫਿਲੀਜ਼ ਮੋਸਕੀਟੋ। ਦੈਨ ਕੁਐਸਚਨ 9 ਬਹੁਤ ਹੀ ਕਾਮਨ ਹੈ, ਛੋਟੀਆਂ ਕਲਾਸਿਸ 6 onwards ਤੁਸੀਂ ਇਸ ਨੂੰ ਪੜ੍ਹ ਰਹੇ ਹੋ। ਆਈਡੈਂਟੀਫਾਈ ਦਾ ਮਾਈਕਰੋ ਆਰਗੇਨਿਜ਼ਮ ਗਿਵਨ ਇਨ ਦਿਸ ਪਿਕਚਰ। ਮਾਈਕਰੋ ਮੀਨ ਸਮਾਲ, ਆਰਗੇਨਿਜ਼ਮ ਮਤਲਬ ਜੀਵ, ਛੋਟਾ ਜਿਹਾ ਜੀਵ, ਸੂਖਮ ਜੀਵ, ਜਿਹੜਾ ਕਿ ਵੀ ਕੈਨ ਸੀ ਵਿਦ ਦੀ ਹੈਲਪ ਆਫ ਮਾਈਕਰੋਸਕੋਪ ਦੇ ਨਾਲ ਹੀ ਦੇਖ ਸਕਦੇ ਆ। ਇਹ ਪਿਕਚਰ ਤੁਸੀਂ ਕਾਫੀ ਵਾਰੀ ਦੇਖੀਆਂ, ਇਸ ਦੀਆਂ ਸਲਾਈਡਸ ਵੀ ਦੇਖੀਆਂ ਹੋਣੀਆਂ, ਤਾਂ ਇਹ ਸਾਨੂੰ ਪਤਾ ਲੱਗ ਰਿਹਾ ਕਿ ਦਿਸ ਇਜ਼ ਦਾ picture of an amoeba. So first option is the right answer. Then question 10, what do you mean by migration of animals? Migration ਤੋਂ ਕੀ ਮਤਲਬ ਹੈ? ਮਾਈਗ੍ਰੇਸ਼ਨ ਦਾ ਮਤਲਬ ਕੀ ਹੈ? ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ, ਠੀਕ ਹੈ। ਹੁਣ ਕੌਣ ਜਾ ਰਿਹਾ? ਫਸਟ ਆਪਸ਼ਨ ਕੀ ਕਹਿ ਰਹੇ ਆ, when due to deforestation wild animals come to houses of local people। ਜਦੋਂ ਜੰਗਲ ਕੱਟੇ ਜਾਂਦੇ ਆ ਤਾਂ ਵਾਈਲਡ ਐਨੀਮਲਸ ਲੋਕਾਂ ਦੇ ਨਾਰਮਲ ਜਿਹੜੇ ਨੇੜੇ ਕੋਈ ਪਿੰਡ ਜਾਂ ਸ਼ਹਿਰ ਹੁੰਦਾ ਉੱਥੇ ਘਰ ਆ ਜਾਂਦੇ ਆ। ਕਈ ਜਗ੍ਹਾ ਤੇ ਦੇਖਿਆ ਤੁਸੀਂ ਉੱਤਰਾਖੰਡ ਹੋਰ ਕਿਸੇ ਜਗ੍ਹਾ ਤੇ ਜਿਵੇਂ ਲੈਪਰਡ ਵਗੈਰਾ ਜਾਂ ਕੋਈ ਹੋਰ ਵਾਈਲਡ ਐਨੀਮਲ ਘਰਾਂ ਦੇ ਵਿੱਚ ਆ ਜਾਂਦੇ ਹੈਗੇ ਆ, ਤੇਂਦੂਆ ਵਗੈਰਾ, ਹੈ ਨਾ। ਤਾਂ ਫਸਟ ਆਪਸ਼ਨ ਇਹ ਕਹਿ ਰਹੀ ਹੈ। ਸੈਕਿੰਡ ਕਹਿ ਰਹੀ ਹੈ ਵੈਨ ਆਵਰ ਡੋਮੈਸਟਿਕ ਐਨੀਮਲਸ ਗੋ ਟੂ ਦ ਫੋਰੈਸਟ ਫॉर ਲਿਵਿੰਗ। ਜਦੋਂ ਸਾਡੇ ਪਾਲੇ ਹੋਏ ਡੋਮੈਸਟਿਕ ਐਨੀਮਲਸ, ਡੋਮੈਸਟਿਕ ਮਤਲਬ ਜਿਹੜੇ ਕੰਮ ਕਰਵਾਉਂਦੇ ਆ, ਚਾਹੇ ਖੇਤਾਂ ਦੇ ਵਿੱਚ, ਚਾਹੇ ਲੋਡ ਇੱਧਰ ਉੱਧਰ ਲਿਜਾਣਾ ਹੈ, ਕਾਓ ਹੋ ਗਏ, ਬਫਲੋਜ਼ ਹੋ ਗਈਆਂ, ਹਾਰਸਿਸ ਹੋ ਗਏ, ਜੋ ਵੀ ਡੋਮੈਸਟਿਕ ਐਨੀਮਲਸ ਨੇ ਜੋ ਘਰ ਦੇ ਕੰਮ ਦੇ ਵਿੱਚ ਜਾਂ ਫੀਲਡ ਦੇ ਵਰਕ ਵਿੱਚ ਹੈਲਪ ਕਰਦੇ ਆ। ਤਾਂ ਸੈਕਿੰਡ ਆਪਸ਼ਨ ਕੀ ਕਹਿ ਰਹੀ ਹੈ ਕਿ ਡੋਮੈਸਟਿਕ ਐਨੀਮਲ ਸਾਡੇ ਫੋਰੈਸਟ ਵਿੱਚ ਜਦੋਂ ਚਲੇ ਜਾਂਦੇ ਆ। Third, when due to change of habitat, some birds at a particular time travel large distances after every year। ਤਾਂ ਥਰਡ ਆਪਸ਼ਨ ਕੀ ਕਹਿ ਰਹੀ ਹੈ ਕਿ ਕੁਝ ਚੇਂਜਸ, ਕੁਝ ਹਾਲਾਤ ਦੇ ਵਿੱਚ ਬਦਲਾਅ ਦੇ ਕਰਕੇ ਤਾਂ ਕੁਝ ਬਰਡਸ ਆਪਣੀ ਨਿਵਾਸ ਸਥਾਨ ਯਾਨੀ ਹੈਬਿਟੈਟ ਬਦਲ ਲੈਂਦੇ ਆ ਥੋੜੇ ਟਾਈਮ ਲਈ, ਤਾਂ ਇਸ ਕਰਕੇ ਉਹ ਲੌਂਗ ਡਿਸਟੈਂਸ ਫਲਾਈ ਕਰਕੇ ਹਰ ਸਾਲ ਚਲੇ ਜਾਂਦੇ ਆ। ਤਾਂ ਫੋਰਥ ਆਪਸ਼ਨ ਹੈ when due to fear some birds change their natural habitat। ਡਰ ਦੇ ਨਾਲ ਕਿਆ ਪੰਛੀ ਚੇਂਜ ਕਰ ਲੈਂਦੇ ਆ ਆਪਣੀ ਜਗ੍ਹਾ? ਤੇ ਨਹੀਂ, ਤੁਸੀਂ ਦੇਖਿਆ ਹੋਏਗਾ ਕਈ ਜਗ੍ਹਾ ਤੇ ਮਾਈਗ੍ਰੇਟਰੀ ਬਰਡਸ ਆਉਂਦੇ ਆ, ਲੇਕਸ ਤੇ ਆਉਂਦੇ ਆ। ਲੁਧਿਆਣਾ ਤੋਂ ਅੱਗੇ ਵੀ ਹਰੀਕੇ ਪੱਤਨ ਹੈ, ਉੱਥੇ ਵੀ ਬਹੁਤ ਸਾਰੇ ਮਾਈਗ੍ਰੇਟਰੀ ਬਰਡ ਯੂ ਕੈਨ ਸੀ। ਤਾਂ ਇਹ ਫਲਾਈ ਕਰਦੇ ਆ ਐਵਰੀ ਈਅਰ, ਠੀਕ ਹੈ। ਇਹ ਆਉਂਦੇ ਹੈ ਬਾਹਰਲੇ ਕੰਟਰੀਜ਼ ਵਿੱਚ ਜਿੱਥੇ ਸਨੋ ਹੁੰਦੀ ਹੈ, ਜਾਂ ਕਿਤੋਂ ਦੂਰ ਜਿੱਥੇ ਜਿੱਥੇ ਉਸ ਚੀਜ਼ ਨੂੰ ਕੋਲਡ ਕਲਾਈਮੈਟਿਕ ਕੰਡੀਸ਼ਨਸ ਨੂੰ ਆਪਣੇ ਸਹਾਰ ਨਹੀਂ ਸਕਦੇ, ਇਸ ਕਰਕੇ ਦੇ ਚੇਂਜ ਦੇਅਰ ਪਲੇਸ ਫॉर अ ਟੈਂਪਰਰੀ ਪੀਰੀਅਡ ਐਂਡ ਆਫਟਰ ਦ ਪਲੇਸ ਜਿੱਥੇ ਕਲਾਈਮੈਟਿਕ ਕੰਡੀਸ਼ਨਸ ਜਿਹੜੇ ਹੈ ਉਸ ਪਲੇਸ 'ਤੇ ਠੀਕ ਹੋ ਜਾਂਦੇ ਹੈਗੇ ਆ, ਤਾਂ ਫਿਰ ਇਹ ਵਾਪਸ ਰਿਟਰਨ ਜਰਨੀ ਕਰ ਦਿੰਦੇ ਆ ਆਫਟਰ ਦ ਈਅਰ। ਸੋ ਆਪਸ਼ਨ ਥਰਡ ਇਜ਼ ਦ ਰਾਈਟ ਆਂਸਰ। Question 11, the basic difference between plant and animal cell। So basic difference ਜਿਹੜਾ ਹੈ, ਸਭ ਤੋਂ ਪਹਿਲਾਂ ਇਹ ਪਤਾ ਹੈ ਕਿ ਸੈੱਲ ਵਾਲ ਜਿਹੜੀ ਹੈ ਉਹ ਐਨੀਮਲ ਸੈੱਲ ਦੇ ਵਿੱਚ ਐਬਸੈਂਟ ਹੁੰਦੀ ਹੈ, ਜਦਕਿ ਪਲਾਂਟ ਸੈੱਲ ਦੇ ਵਿੱਚ ਉਹ ਪ੍ਰੈਜ਼ੈਂਟ ਹੁੰਦੀ ਹੈ। ਸੋ ਦਿਸ ਇਜ਼ ਦ ਮੇਜਰ basic and the major difference। Second option is the right answer, cell wall absent in animal cell and present in plant cell।
Question 12 is Rita and Sunita were talking about various processes existing in animals. Which of the following processes does not exist in animals? ਤਾਂ ਰੀਟਾ ਔਰ ਸੁਨੀਤਾ ਗੱਲ ਕਰ ਰਹੇ ਹੈ ਜੋ ਐਨੀਮਲਸ ਦੇ ਵਿੱਚ ਕਈ ਪ੍ਰੋਸੈਸਸ ਹੁੰਦੇ ਆ ਤਾਂ ਇਹਨਾਂ ਵਿੱਚੋਂ ਕਿਹੜਾ ਪ੍ਰੋਸੈਸ ਐਨੀਮਲਸ ਵਿੱਚ ਨਹੀਂ ਹੋ ਸਕਦਾ ਡਾਈਜੈਸ਼ਨ ਭੋਜਨ ਦਾ ਪਚਾਣਾ ਰੈਸਪੀਰੇਸ਼ਨ ਸਾਹ ਲੈਣਾ ਫੋਟੋਸਿੰਥੇਸਿਸ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਯਾਨੀ ਕਿ ਫੋਟੋਸਿੰਥੇਸਿਸ ਦਾ ਪ੍ਰੋਸੈਸ ਜਿਹਦੇ ਵਿੱਚ ਪਲਾਂਟਸ ਆਪਣਾ ਫੂਡ ਮੈਨੂਫੈਕਚਰ ਕਰਦੇ ਆ ਕਾਰਬਨ ਡਾਈਆਕਸਾਈਡ ਦੀ ਮਦਦ ਦੇ ਨਾਲ ਵਾਟਰ ਐਂਡ ਸਨਲਾਈਟ ਦੇ ਨਾਲ ਦੈਨ ਫੋਰਥ ਰੀਪਰੋਡਕਸ਼ਨ ਠੀਕ ਹੈ ਆਪਣੇ ਵਰਗੇ ਹੋਰ ਪੈਦਾ ਕਰਨਾ ਤਾਂ ਇਸ ਦੇ ਵਿੱਚ ਐਨੀਮਲਸ ਦੇ ਵਿੱਚ ਦੇ ਡੋਂਟ ਹੈਵ ਕਲੋਰੋਫਿਲ ਪਿਗਮੈਂਟ ਵਿਚ ਇਜ਼ ਰਿਕੁਆਇਰਡ ਫॉर द प्रोसेस ऑफ फोटोसिंथेसिस है ना ਤਾਂ ਕਲੋਰੋਫਿਲ ਹੈ ਨਹੀਂ ਹੈ ਤਾਂ ਇਹਦਾ ਮਤਲਬ 3 ਆਨਸਰ ਆਪਸ਼ਨ ਇਜ਼ ਦ ਰਾਈਟ ਆਨਸਰ photosynthesis plant animals can't do photosynthesis this process does not exist in animal then question 13 every person in the world has different colored eyes the color of eyes due to the color of what ਤਾਂ ਕਾਫੀ ਜਣਿਆਂ ਦੀ ਜਿਹੜੀ ਆਈਜ਼ ਹੈਗੀਆਂ ਡਿਫਰੈਂਟ ਕਲਰ ਤੁਸੀਂ ਦੇਖਿਆ ਹੋਣਗੀਆਂ ਬਰਾਊਨ ਆਈਜ਼ ਬਲੈਕ ਆਈਜ਼ ਗ੍ਰੀਨ ਐਂਡ ਬਲੂ ਵੀ ਹੁੰਦੀਆਂ ਕਾਫੀ ਬ੍ਰਿਟਿਸ਼ਰਸ ਦੀਆਂ ਜਾਂ ਬਾਹਰਲੇ ਕੰਟਰੀਜ਼ ਜਦੋਂ ਤੁਸੀਂ ਦੇਖਦੇ ਹੋ ਫੋਰਨਰਸ ਤਾਂ ਦੇ ਹੈਵ ਗ੍ਰੀਨ ਐਂਡ ਬਲੂ ਆਈਜ਼ ਇਨ ਮੈਜੋਰਿਟੀ ਇੰਡੀਅਨ ਪੀਪਲ ਜਿਹਦੇ ਹੈਵ ਬਲੈਕ ਐਂਡ ਬਰਾਊਨ ਆਈਜ਼ ਹੈ ਨਾ the difference in the eye color is due to what ਅੱਖ ਦੇ ਵਿੱਚ iris ਜਿਹੜਾ ਹੁੰਦਾ ਹੈ that is the colored portion of the eye so here answer third is the right answer then question 14 when Radha looked at the mirror placed in water bowl in sunlight she saw a band of 7 colors what is the phenomena called ਤਾਂ 7 ਰੰਗਾਂ ਦੇ ਕਲਰਸ ਜਿਹੜਾ ਹੈ ਜਦੋਂ ਸਨਲਾਈਟ ਵਾਟਰ ਬਾਉਲ ਦੇ ਵਿੱਚੋਂ ਪਾਸ ਕਰ ਰਹੀ ਸੀ ਜਿਹਦੇ 'ਚ ਮਿਰਰ ਰੱਖਿਆ ਹੋਇਆ ਸੀ ਤਾਂ ਜਦੋਂ ਸਕਰੀਨ ਤੇ ਪੈਂਦੀ ਹੈ ਤਾਂ ਉਹ ਕਿਹੜੇ 7 ਰੰਗਾਂ ਦੇ ਵਿੱਚ ਆ ਜਾਂਦੇ ਆ 7 ਕਲਰਸ ਦੇ ਵਿੱਚ ਸਪਲਿਟ ਹੋ ਜਾਂਦੀ ਹੈ ਐਂਡ ਵੀ ਨੋ ਦੈਟ ਦਿਸ ਫਿਨੋਮੀਨਾ ਇਜ਼ ਕਾਲਡ ਦ ਡਿਸਪਰਸ਼ਨ ਆਫ ਲਾਈਟ ਯਾਨੀ ਕਿ splitting of white light into 7 colors is called dispersion of light. So answer third is the right answer. Question 15. When angle between two plane mirror is 90 degree, then what is the number of images formed? ਜਦੋਂ ਅਸੀਂ 90 ਡਿਗਰੀ 90 ਡਿਗਰੀ ਦੇ ਕੋਣ ਤੇ ਦੋ ਪਲੇਨ ਮਿਰਰ ਪੱਟੀਆਂ ਜਿਹੜੀਆਂ ਮਿਰਰ ਦੀਆਂ ਹੈਗੀਆਂ ਰੱਖਾਂਗੇ 90 ਡਿਗਰੀ ਦੇ then what is the number of images formed? ਸੋ ਕਿੰਨੇ ਇਮੇਜ ਬਣਦੇ ਆ ਤੁਸੀਂ ਕਰਕੇ ਵੀ ਦੇਖ ਸਕਦੇ ਹੋ ਦੋ ਪਲੇਨ ਸਟ੍ਰਿਪਸ ਆਫ ਮਿਰਰ ਲੈ ਕੇ ਉਹਨਾਂ ਨੂੰ 90 ਡਿਗਰੀ ਦੇ ਕੋਣ ਤੇ ਰੱਖ ਕੇ ਸੋ ਫਰਸਟ ਆਪਸ਼ਨ that is 3 images are formed then question 16 Arpan has learned that materials which can be drawn into wires are called ductile which of the following is not a ductile material ਤਾਂ ਡਕਟਿਲਿਟੀ ਜਿਹੜੀ ਹੈ ਅਸੀਂ ਪਿਛਲੇ ਚੈਪਟਰਸ ਵਿੱਚ ਪੜ੍ਹ ਚੁੱਕੇ ਹਾਂ ਪਿਛਲੇ ਵੀਡੀਓਜ਼ ਵਿੱਚ ਵੀ ਤੁਸੀਂ ਦੇਖਿਆ ਹੈ ਕਿ ਮੈਟਲਸ ਦੀ ਪ੍ਰੋਪਰਟੀ ਹੁੰਦੀ ਹੈ ਡਕਟਿਲਿਟੀ ਦੀ ਖਿੱਚੀਆਂ ਜਾ ਸਕਦੀਆਂ ਤਾਰਾਂ ਉਹਨਾਂ ਨੂੰ ਸੋ ਦੇ ਆਰ ਡਕਟਾਈਲ ਇਹਨਾਂ ਵਿੱਚੋਂ ਇੱਕ ਮੈਟਲ ਨਹੀਂ ਹੈ ਦੇਖੋ ਸਿਲਵਰ ਕਾਪਰ ਐਲੂਮੀਨੀਅਮ ਇਹ ਤਿੰਨੋਂ ਮੈਟਲਸ ਹਨ ਤਾਂ ਉਹ ਤਾਂ ਡਕਟਾਈਲ ਹੈ ਹੀ ਹੈ ਉਹਨਾਂ ਸਭ ਦੀਆਂ ਤਾਰਾਂ ਖਿੱਚੀਆਂ ਜਾ ਸਕਦੀਆਂ ਹੈ ਦੇ ਕੈਨ ਬੀ ਡਰਾਨ ਇਨਟੂ ਵਾਇਰਸ ਬਟ ਸਲਫਰ ਇਜ਼ ਅ ਨਾਨ ਮੈਟਲ ਸੋ ਦਾ ਰਾਈਟ ਆਂਸਰ ਇਜ਼ sulfur second option so and then moving on to question 17 generally metallic oxides are basic and non-metallic oxides are acidic in nature solution of which of the following oxides in water will change the color of blue litmus to red ਸੋ ਇੱਥੇ ਕੁਐਸਚਨ ਹੈ ਕਿ ਪਾਣੀ ਦੇ ਵਿੱਚ ਕਿਹੜੀ ਆਕਸਾਈਡ ਵਿਲ ਚੇਂਜ ਦ ਕਲਰ ਆਫ ਬਲੂ ਲਿਟਮਸ ਟੂ ਰੈਡ ਨੀਲੇ ਲਿਟਮਸ ਪੇਪਰ ਨੂੰ ਲਾਲ ਕੌਣ ਕਰੇਗਾ ਤਾਂ ਰੈਡ ਜੋ ਵੀ ਕਰੇਗਾ ਤਾਂ ਦੈਟ ਮੀਨਸ ਉਹ ਐਸਿਡਿਕ ਇਨ ਨੇਚਰ ਹੈ ਐਂਡ ਇੱਥੇ ਸਲਫਰ ਡਾਈਆਕਸਾਈਡ ਜਿਹੜੀ ਹੈ ਦੈਟ ਇਜ਼ ਐਸਿਡਿਕ ਇਨ ਨੇਚਰ ਸੋ ਆਪਸ਼ਨ 1 ਇਜ਼ ਦ ਰਾਈਟ ਆਂਸਰ ਸਲਫਰ ਡਾਈਆਕਸਾਈਡ that will change the color of the blue litmus to red. Then moving on to question 18. Paramveer's father is a doctor. He used thermometer to measure body temperature of his patients. He told him that metals are generally solid. One of the metals is in the liquid state at room temperature and used in thermometers. So we all know कि केड़ी metal है ਜਿਹੜੀ liquid room temperature ਤੇ ਵੀ liquid state ਦੇ ਵਿੱਚ exist ਕਰਦੀ ਹੈ and that is an exception. Otherwise metals ਜਿਹੜੀਆਂ ਹੁੰਦੀਆਂ they are very solid. They are solid. So only exception is mercury metal यानी कि option 4 mercury is the right answer it exists in liquid state at room temperature ਇਸੇ ਕਰਕੇ thermometers ਦੇ ਵਿੱਚ ਵੀ ਇਹ ਪਾਈ ਜਾਂਦੀ ਹੈ ਤਾਂ ਕਿ ਅਗਰ ਬੁਖਾਰ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਤਾਂ ਇਹ ਜਲਦੀ ਹੀ ਰਾਈਜ਼ ਹੋ ਜਾਂਦੀ ਹੈ ਟੈਂਪਰੇਚਰ ਦੇਖ ਸਕਦੇ ਆ then question 19 Sona and Surinder's teams were playing tug of war game but when both teams pulled the rope with equal force the rope has not slipped at all Teacher told that when forces applied on anything are opposite and equal, then equivalent force will be. ਤਾਂ ਦੋਨੋਂ ਤੋਂ ਤਰਫ ਤੋਂ ਬਰਾਬਰ ਰੱਸਾਕਸ਼ੀ ਕੀਤੀ ਜਾ ਰਹੀ ਹੈ ਦੋਨੋਂ ਤਰਫ ਤੋਂ ਬਰਾਬਰ ਹੀ ਫੋਰਸ ਅਪਲਾਈ ਕੀਤੀ ਜਾ ਰਹੀ ਹੈ ਤਾਂ ਜਦੋਂ ਦੋਨੋਂ ਫੋਰਸਸ
ਬਰਾਬਰ ਹੁੰਦੀਆਂ ਤਾਂ ਨੈਟ ਫੋਰਸ ਜਿਹੜੀ ਹੈ ਉਹ ਜ਼ੀਰੋ ਹੋ ਜਾਂਦੀ ਹੈ, ਯਾਨੀ ਕਿ ਕੈਂਸਲ ਆਊਟ ਹੋ ਜਾਂਦੇ ਜਦੋਂ ਆਪੋਜ਼ਿਟ ਐਂਡ ਇਕੁਅਲ ਹੁੰਦੀਆਂ। ਸੋ ਦ ਆਪਸ਼ਨ 4 0 is the right answer. Question 20. When Rahul rubbed two straws with hair and bring close to each other, they repel each other. Which is the force? ਰਾਹੁਲ ਨੇ ਜਦੋਂ ਦੋ ਸਟ੍ਰॉज ਲਏ ਜਿਹਦੇ ਨਾਲ ਤੁਸੀਂ ਕੋਲਡ ਡਰਿੰਕ ਪੀਂਦੇ ਹੋ, ਉਹ ਆਪਣੇ ਹੇਅਰ ਜੋ ਕਿ ਡਰਾਈ ਸੀ ਉਸਨੇ ਰਬ ਕੀਤਾ ਐਂਡ ਬ੍ਰਿੰਗ ਉਹਨੂੰ ਨੇੜੇ ਲੈ ਕੇ ਆਇਆ, ਤਾਂ ਕੀ ਹੋਇਆ, ਉਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਧੱਕਾ ਮਾਰਿਆ, ਦੋਨੋਂ ਸਟ੍ਰॉज ਪਰਾਂ ਹਟ ਗਏ ਜਦੋਂ ਉਹਨਾਂ ਨੂੰ ਨੇੜੇ ਲੈ ਕੇ when they were brought near them each other. So what type of force is it? So there is option 4 electrostatic force, ਕਿਉਂਕਿ ਫਸਟ ਜਿਹੜੀ ਹੈ ਮਸਕੂਲਰ ਫੋਰਸ ਜਿਹੜੀ ਕਿ ਸਾਡੀ ਮਸਲਸ ਦੇ ਨਾਲ ਅਪਲਾਈ ਕੀਤੀ ਜਾ ਰਹੀ ਹੈ, ਮਸਲਸ ਤਾਂ ਅਪਲਾਈ ਕਰ ਹੀ ਨਹੀਂ ਰਹੇ, ਉਹ ਤਾਂ ਸਿਰਫ ਨੇੜੇ ਲਿਆਏ ਜਾ ਰਹੇ ਹੈ ਨਾ। ਐਂਡ ਮੈਗਨੈਟਿਕ ਫੋਰਸ ਹੈ ਜੋ ਮੈਗਨੇਟ ਨਾਲ ਹੁੰਦੀ ਹੈ, ਗ੍ਰੈਵਿਟੇਸ਼ਨਲ ਫੋਰਸ ਹੈ ਜਿਹੜੀ ਅਰਥ ਦੀ ਪੁੱਲ ਹੈ ਉਹਦੇ ਨਾਲ ਹੁੰਦੀ ਹੈ, ਤੇ ਇਲੈਕਟ੍ਰੋਸਟੈਟਿਕ ਉਹ ਚਾਰਜ ਹੈ ਜਿਹੜਾ ਡਿਵੈਲਪ ਹੋ ਜਾਂਦਾ ਹੈ when two bodies are rubbed with each other. Then question 21. There is a huge amount of atmospheric pressure on our body. The pressure of air inside our body is dash as that of the atmosphere. Therefore, we do not experience it. So pressure ਸਾਡੇ body ਦੇ inside and ਜਿਹੜਾ atmospheric pressure ਹੈ ਇਹ same ਹੁੰਦਾ ਹੈ, ਇਸ ਕਰਕੇ we do not experience, ਅਸੀਂ ਉਹਨੂੰ ਫਰਕ ਮਹਿਸੂਸ ਨਹੀਂ ਕਰ ਸਕਦੇ, ਦੋਨਾਂ ਦੀ ਤਰਫ ਹੀ same ਹੁੰਦਾ ਹੈ inside and outside our body. So 3 option is the right answer, that is same. Question 22. Manpreet heard from TV that sea divers were specially designed suits for protection because with increasing depth of sea the dash of the water also increases. ਜੋ ਡੀਪ ਜਾਂਦੇ ਆ ਉਦੋਂ ਪ੍ਰੈਸ਼ਰ ਜਿਹੜਾ ਹੈ ਵਾਟਰ ਦਾ ਉਹ ਇਨਕਰੀਜ਼ ਹੋ ਜਾਂਦਾ ਹੈ। ਇਹ ਸਾਰਾ ਤੁਸੀਂ ਬੋਟਲ ਵਾਲੇ ਪ੍ਰੈਕਟੀਕਲ ਐਕਟੀਵਿਟੀ ਦੇ ਨਾਲ ਕੀਤਾ ਹੋਇਆ, ਜਦੋਂ ਹੋਲਸ ਵਗੈਰਾ ਕਰਦੇ ਆ ਉਹਦੇ ਵਿੱਚ ਤਾਂ ਦੇਖਦੇ ਆ ਕਿ ਜਿਹੜਾ ਸਭ ਤੋਂ, ਅਗਰ ਅਸੀਂ ਸਟ੍ਰੇਟ ਲਾਈਨ ਦੇ ਵਿੱਚ ਹੋਲਸ ਕਰ ਰਹੇ ਹਾਂ ਤਾਂ ਜਿਹੜਾ ਸਭ ਤੋਂ ਉੱਪਰ ਵਾਲਾ ਹੈ ਉਹ ਪਾਣੀ ਬਹੁਤ ਨੇੜੇ ਗਿਰਦਾ ਹੈ, ਜਦਕਿ ਸਭ ਤੋਂ ਨੀਚੇ ਵਾਲਾ ਪਾਣੀ ਬਹੁਤ ਪ੍ਰੈਸ਼ਰ ਦੇ ਨਾਲ ਦੂਰ ਤੱਕ ਜਾਂਦਾ ਹੈ। ਤਾਂ ਪ੍ਰੈਸ਼ਰ ਜਿਹੜਾ ਹੈ ਐਟ ਦਾ ਬਾਟਮ ਆਫ ਦਾ ਕੰਟੇਨਰ ਔਰ ਸੀ ਇਜ਼ more. So second option is the right answer, pressure. Question 23. Today in the class, Ramandeep Kaur came to know to ignite an object, it requires some essential things. Which of the following are required for ignition? ਕਿਸੇ ਚੀਜ਼ ਨੂੰ ਜਲਾਉਣ ਵਾਸਤੇ, ਜਲਣ ਵਾਸਤੇ ਕੀ ਚੀਜ਼ ਦੀ ਜ਼ਰੂਰਤ ਹੋਏਗੀ? ਤੁਸੀਂ ਕੋਈ ਲੱਕੜੀ, ਕੋਈ ਕੋਲਾ, ਕੋਈ ਕਾਗਜ਼ ਜਲਾਣਾ ਹੈ ਤਾਂ ਸਭ ਤੋਂ ਪਹਿਲਾਂ ਕੀ ਚਾਹੀਦਾ ਹੋਏਗਾ? ਸਭ ਤੋਂ ਪਹਿਲਾਂ ਤੁਹਾਨੂੰ ਫਿਊਲ ਚਾਹੀਦਾ ਹੋਏਗਾ, ਠੀਕ ਹੈ, ਬਾਲਣ ਚਾਹੀਦਾ ਨਾ, ਕੁਛ ਲੱਕੜੀ ਜਲਾ ਰਹੇ ਹੋ ਤਾਂ ਉਹ ਬਾਲਣ ਹੈ, ਕੋਲ ਜਲਾ ਰਹੇ ਹੋ ਤਾਂ ਉਹ ਬਾਲਣ ਹੈ, ਪਾਥੀਆਂ ਹੈ, ਕਾਊਡੰਗ ਕੇਕਸ ਵਗੈਰਾ ਜੋ ਵੀ ਹੈ ਨਾ, ਤਾਂ ਇਹ ਫਿਊਲ ਚਾਹੀਦਾ ਹੋਏਗਾ। ਦੈਨ ਸੈਕੰਡ ਇਜ਼ ਆਕਸੀਜਨ, ਉਸਨੂੰ ਸਪੋਰਟ ਯਾਨੀ ਸਪੋਰਟਰ ਆਫ ਕੰਬਸਸ਼ਨ ਹੈ, ਆਕਸੀਜਨ ਸਪੋਰਟ ਕਰਦਾ ਹੈ। ਥਰਡ ਇਗਨੀਸ਼ਨ ਟੈਂਪਰੇਚਰ, ਇਗਨੀਸ਼ਨ ਟੈਂਪਰੇਚਰ ਮਤਲਬ ਉਸ ਟੈਂਪਰੇਚਰ ਤੱਕ ਹੀਟ ਕਰਨਾ ਹੋਏਗਾ ਜਿਸ ਤੇ ਉਹ ਅੱਗ ਪਕੜ ਲੇ, ਦੈਟ ਇਜ਼ ਦ ਇਗਨੀਸ਼ਨ ਟੈਂਪਰੇਚਰ। ਐਂਡ ਫੋਰਥ ਜਿਹੜਾ ਇਹਦਾ ਆਪਸ਼ਨ ਹੈ ਆਲ ਆਫ ਦ ਅਬਵ, ਇਹਦਾ ਮਤਲਬ ਇਹ ਉੱਪਰਲੀਆਂ ਤਿੰਨੋਂ ਚੀਜ਼ਾਂ ਯਾਨੀ ਆਕਸੀਜਨ, ਫਿਊਲ ਐਂਡ ਇਗਨੀਸ਼ਨ ਟੈਂਪਰੇਚਰ ਤਿੰਨੋਂ ਚਾਹੀਦੇ ਹਨ। So fourth option, that is all of above, is the right answer. Then question 24. Seema read in a newspaper that the family was found unconscious in a closed room with a coal wire burning. He asked his teacher the reason, and his teacher told him that when coal burns in the absence of air, it produces a poisonous gas that can cause death. Which of the following gas do you think is the following? ਤਾਂ ਸੀਮਾ ਨੇ ਅਖਬਾਰ ਦੇ ਵਿੱਚ ਪੜ੍ਹਿਆ ਕਿ ਇੱਕ ਫੈਮਿਲੀ ਸੀ ਜਿਹੜੀ ਕਿ ਬੇਹੋਸ਼ ਅਵਸਥਾ ਦੇ ਵਿੱਚ ਪਾਈ ਗਈ ਇੱਕ ਕਲੋਜ਼ਡ ਰੂਮ ਦੇ ਵਿੱਚ, ਜਿਸ ਦੇ ਵਿੱਚ ਕਿ ਫਾਇਰ ਬਰਨ ਕਰ ਰਹੀ ਸੀ, ਕੋਲੇ ਥੋੜੇ ਥੋੜੇ ਸੁਲਗ ਰਹੇ ਸੀ। ਤਾਂ ਉਸਨੇ ਟੀਚਰ ਤੋਂ ਜਾਣਨਾ ਚਾਹਿਆ ਕਿ ਇਹ ਇਸ ਤਰ੍ਹਾਂ ਕਿਉਂ ਹੋਇਆ। ਜਦੋਂ ਕੋਲ ਬਰਨ, ਤਾਂ ਟੀਚਰ ਨੇ ਕੀ ਦੱਸਿਆ ਕਿ ਕੋਲ ਬਰਨਸ ਇਨ ਦ ਐਬਸੈਂਸ ਆਫ ਏਅਰ, ਜਦੋਂ ਕਿ ਹਵਾ ਦੀ ਅਣਹੋਂਦ ਦੇ ਵਿੱਚ ਕੋਲ ਬਰਨ ਕਰਦਾ ਹੈ ਤਾਂ ਇੱਕ ਪੋਇਜ਼ਨਸ ਗੈਸ ਪ੍ਰੋਡਿਊਸ ਹੁੰਦੀ ਹੈ, ਜਿਸ ਦੇ ਨਾਲ ਕਿ ਜੋ ਬਹੁਤ ਜਲਦੀ ਬਲੱਡ ਦੇ ਵਿੱਚ ਮਿਕਸ ਹੋ ਜਾਂਦੀ ਹੈ ਜਾ ਕੇ ਬੋਡੀ ਦੇ ਵਿੱਚ, ਦੈਟ ਇਜ਼ ਕਾਰਬਨ ਮੋਨੋਆਕਸਾਈਡ, ਦੈਟ ਇਜ਼ option 3 is the right answer. Question 25. The teacher taught the students that the water should not used to extinguish the fire caused due to short circuit and petrol. According to you, which fire extinguishing substance will be the best to extinguish such fire? Teacher ने कि students ਨੂੰ ਦੱਸਿਆ ਕਿ ਅਗਰ ਕਿਸੇ oil ਦੇ ਨਾਲ ਜਾਂ ਪੈਟਰੋਲ ਹੈ ਜਾਂ ਇਲੈਕਟ੍ਰਿਸਿਟੀ ਦੇ ਨਾਲ ਸ਼ਾਰਟ ਸਰਕਟ ਹੋ ਗਿਆ, ਉਸ ਦੇ ਨਾਲ ਅੱਗ ਲੱਗ ਗਈ ਹੈ ਤਾਂ ਉਸ ਨੂੰ ਪਾਣੀ ਨਾਲ ਨਹੀਂ ਬੁਝਾਉਣਾ ਚਾਹੀਦਾ। ਤਾਂ ਕਿਹੜੀ ਚੀਜ਼ ਹੈ ਜੋ ਫਾਇਰ ਐਕਸਟਿੰਗੁਇਸ਼ਿੰਗ ਸਬਸਟੈਂਸ ਹੈ ਜਿਸ ਨੂੰ ਜੋ ਬੈਸਟ ਯੂਜ਼ ਕਰ ਸਕਦੇ ਹਾਂ ਅਸੀਂ ਉਸ ਫਾਇਰ ਨੂੰ ਬੰਦ ਕਰਨ ਵਾਸਤੇ, ਬੁਝਾਉਣ ਵਾਸਤੇ, ਜੋ ਕਿ ਬਿਜਲੀ ਦੇ ਸਰਕਟ ਦੇ ਨਾਲ, ਸ਼ਾਰਟ ਸਰਕਟ ਨਾਲ ਲੱਗੀ ਹੋਵੇ ਜਾਂ ਪੈਟਰੋਲ, ਡੀਜ਼ਲ ਜਾਂ ਕਿਸੇ ਵੀ ਤੇਲ ਦੇ ਨਾਲ ਲੱਗੀ ਹੋਵੇ। ਤਾਂ ਪਹਿਲਾਂ ਤਾਂ ਅਸੀਂ ਇਹ ਦੇਖ ਲੈਂਦੇ ਹਾਂ ਕਿ ਇਹਨਾਂ ਦੋ ਦੇ ਨਾਲ ਅਗਰ ਲੱਗੀ ਹੈ ਤਾਂ ਉਹ ਪਾਣੀ ਨਾਲ ਕਿਉਂ ਨਹੀਂ ਬੁਝਾਉਣੀ ਚਾਹੀਦੀ। ਸ਼ਾਰਟ ਸਰਕਟ ਹੈ ਮੀਨਸ ਇਲੈਕਟ੍ਰਿਸਿਟੀ ਹੈ, and water you know is a good conductor of electricity,
ਤਾਂ ਅਗਰ ਬਿਜਲੀ ਨਾਲ ਲੱਗੀ ਹੋਈ ਅੱਗ ਅਸੀਂ ਪਾਣੀ ਨਾਲ ਬੁਝਾਵਾਂਗੇ ਤਾਂ ਕਰੰਟ ਲੱਗਣ ਦੇ ਚਾਂਸਸ ਹੈ ਐਂਡ ਇਟ ਕੈਨ ਲੀਡ ਟੂ ਡੈਥ। ਐਂਡ ਜੇ ਪੈਟਰੋਲ ਅਗਰ ਹੈ ਤਾਂ ਪੈਟਰੋਲ, ਆਇਲ, ਡੀਜ਼ਲ ਕੋਈ ਵੀ ਆਇਲ ਹੈ ਅਗਰ ਅਸੀਂ ਉਸਨੂੰ ਪਾਣੀ ਅਗਰ ਅਸੀਂ ਉਹਦੇ 'ਚ ਸੁੱਟ ਦਿੰਦੇ ਹਾਂ ਤਾਂ ਕੀ ਹੁੰਦਾ ਹੈ? ਤੁਸੀਂ ਸੜਕਾਂ ਤੇ ਦੇਖਿਆ ਹੋਏਗਾ ਬੇਟਾ ਪੈਟਰੋਲ ਪੰਪ ਦੇ ਬਾਹਰ ਆਉਂਦੀਆਂ ਜਾਂ ਕਦੀ ਰੇਨ ਪੈਂਦੀ ਹੈ ਤੁਸੀਂ ਦੇਖਿਆ ਹੋਏਗਾ ਰੋਡ ਤੇ ਰੇਨਬੋ ਟਾਈਪ ਬਣ ਰਹੀ ਹੁੰਦੀ ਹੈ। ਕਿਸ ਤਰ੍ਹਾਂ ਬਣਦੀ ਉਹ? ਕਿਉਂਕਿ ਉਧਰੋਂ ਪੈਟਰੋਲ ਡੀਜ਼ਲ ਛਲਕਦਾ ਰਹਿੰਦਾ, ਥੋੜਾ ਥੋੜਾ ਗਿਰਦਾ ਰਹਿੰਦਾ ਹੈ ਪੈਟਰੋਲ ਪੰਪਸ ਦੇ ਬਾਹਰ ਜਨਰਲੀ ਇਹ ਹੁੰਦਾ ਹੈ। ਐਂਡ ਰੋਡ ਤੇ ਜਦੋਂ ਰੇਨ ਹੋ ਗਈ ਜਾਂ ਉਹ ਹੋ ਗਈ ਤਾਂ ਆਇਲ ਬੀਇੰਗ ਲਾਈਟਰ, ਹਲਕਾ ਹੁੰਦਾ ਹੈ ਆਇਲ, ਇਸ ਚਾਹੇ ਉਹ ਪੈਟਰੋਲ ਹੋਵੇ, ਡੀਜ਼ਲ ਹੋਵੇ, ਕੋਈ ਵੀ ਆਇਲ ਹੋਏਗਾ ਉਹ ਉੱਪਰ ਤਰ ਕੇ ਆ ਜਾਏਗਾ। ਤੁਸੀਂ ਘਰ 'ਚ ਕਰ ਵੀ ਸਕਦੇ ਹੋ ਐਕਟੀਵਿਟੀ। ਕਟੋਰੀ ਦੇ ਵਿੱਚ ਪਾਣੀ ਲਓ ਔਰ ਉਹਦੇ ਵਿੱਚ ਇੱਕ ਦੋ ਬੂੰਦਾਂ ਕੋਈ ਵੀ ਰਿਫਾਈਨਡ ਆਇਲ ਦੀਆਂ ਜਾਂ ਕੋਈ ਮਸਟਰਡ ਆਇਲ ਕੋਈ ਵੀ ਪਾ ਕੇ ਦੇਖੋ, ਦੇਖੋ ਤੁਸੀਂ ਗਲੋਬਿਊਲਸ ਜਿਹੜੇ ਹੈ ਨਾ ਡ੍ਰੌਪਸ ਉਹ ਉੱਪਰ ਉੱਪਰ ਤਰਨਗੇ। ਦੈਟ ਇਜ਼ ਆਇਲ ਇਜ਼ ਲਾਈਟਰ ਦੈਨ ਵਾਟਰ। ਤੋ ਅਗਰ ਇਸ ਦੇ ਨਾਲ ਪੈਟਰੋਲ ਡੀਜ਼ਲ ਦੇ ਨਾਲ ਅਗਰ ਅੱਗ ਲੱਗੀ ਹੋਏਗੀ ਤਾਂ ਆਇਲ ਲਾਈਟਰ ਹੋਣ ਦੀ ਵਜ੍ਹਾ ਦੇ ਨਾਲ ਉਹ ਸਰਫੇਸ ਤੇ ਹੋਏਗਾ, ਪਾਣੀ ਤੋਂ ਵੀ ਉੱਪਰ ਹੋਏਗਾ, ਜਿਹਦੇ ਨਾਲ ਉਹ ਅੱਗ ਨੂੰ ਹੋਰ ਅੱਗੇ ਵਧਾਉਣ ਦੇ ਵਿੱਚ ਮਦਦ ਕਰੇਗਾ। ਇਸ ਕਰਕੇ ਸ਼ਾਰਟ ਸਰਕਟ ਔਰ ਪੈਟਰੋਲ ਦੇ ਨਾਲ ਲੱਗੀ ਹੋਈ ਅੱਗ ਅਸੀਂ ਪਾਣੀ ਨਾਲ ਨਹੀਂ ਬੁਝਾਉਂਦੇ ਤਾਂ ਅਸੀਂ ਕੀ ਯੂਜ਼ ਕਰਦੇ ਹਾਂ? ਜਗ੍ਹਾ ਜਗ੍ਹਾ ਤੇ ਤੁਸੀਂ ਮਾਲਸ ਵਿੱਚ, ਹੋਟਲਸ ਦੇ ਵਿੱਚ, ਕਿਤੇ ਵੀ, ਈਵਨ ਆਪਣੇ ਸਕੂਲ ਵਿੱਚ ਵੀ ਦੇਖੇ ਹੋਣਗੇ ਰੈੱਡ ਕਲਰ ਦੇ ਸਿਲੰਡਰਸ ਵਾਲ ਤੇ ਮਾਊਂਟ ਕੀਤੇ ਹੋਏ ਹਨ, ਲੱਗੇ ਹੋਏ ਹਨ ਔਰ ਉਹਨਾਂ ਦੀ ਇੱਕ ਨੋਬ ਜਾਂ ਨੋਜ਼ਲ ਹੁੰਦੀ ਹੈ। ਸੋ ਦੇ ਹੈਵ carbon dioxide in it. So second option, solid carbon dioxide, that is the right answer। ਇਸ ਨੂੰ ਯੂਜ਼ ਕੀਤਾ ਜਾ ਸਕਦਾ ਹੈ ਫॉर ਫਾਇਰ ਐਕਸਟਿੰਗੁਇਸ਼ਿੰਗ ਸਬਸਟੈਂਸ। ਜੋ ਹੈ ਇਹ ਇਸ ਨੂੰ ਯੂਜ਼ ਕੀਤਾ ਜਾਂਦਾ ਹੈ ਫॉर ਐਕਸਟਿੰਗੁਇਸ਼ਿੰਗ ਦਾ ਸ਼ਾਰਟ ਸਰਕਟ ਐਂਡ ਪੈਟਰੋਲ ਨਾਲ ਲੱਗੀ ਹੋਈ ਜੋ ਵੀ ਫਾਇਰ ਹੈ। Then question 26, teacher taught the students about ignition temperature of different substances, which of the following is having lowest ignition temperature? ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹਨੂੰ ਹਲਕੀ ਜਿਹੀ ਹੀਟ ਜਾਂ ਟੈਂਪਰੇਚਰ ਦਿੱਤਾ ਗਿਆ ਤਾਂ ਉਹ ਫਟਾਫਟ ਜਲ ਜਾਏਗੀ? ਸੋ ਇਸ ਦੇ ਵਿੱਚ ਤੁਸੀਂ ਦੇਖੋਗੇ ਪਹਿਲਾ ਹੈ ਪੇਪਰ, ਕਾਗਜ਼, ਸੈਕੰਡ ਹੈ ਵੁੱਡ, ਲੱਕੜੀ, ਥਰਡ ਹੈ ਐਡੀਬਲ ਆਇਲ, ਰਿਫਾਈਨਡ ਆਇਲ ਜਿਹੜਾ ਵੀ ਅਸੀਂ ਖਾਂਦੇ ਹਾਂ, ਫੋਰਥ ਇਜ਼ ਕੈਰੋਸਿਨ ਆਇਲ ਯਾਨੀ ਮਿੱਟੀ ਦਾ ਤੇਲ। ਤਾਂ ਮਿੱਟੀ ਦਾ ਤੇਲ ਨੂੰ ਅੱਗ ਜਿਹੜੀ ਹੈ ਬਹੁਤ ਜਲਦੀ ਲੱਗਦੀ ਹੈ। ਸੋ ਇਹਦਾ ਮਤਲਬ ਇਹਦਾ ਲੋਐਸਟ ਇਗਨੀਸ਼ਨ ਟੈਂਪਰੇਚਰ ਹੈ। ਸੋ 4 ਆਪਸ਼ਨ ਇਜ਼ ਦ ਰਾਈਟ ਆਂਸਰ। Question 27, global warming is a big challenge for the whole world। Seema asked Geeta, which gas is responsible for global warming? ਜਿਹੜਾ ਆਲੇ ਦੁਆਲੇ ਸਾਡਾ এনवायरमेंट ਹੈ, ਵਾਤਾਵਰਣ ਹੈ, ਉਸ ਦਾ ਤਾਪ ਵੱਧ ਰਿਹਾ ਹੈ, ਕਿਸ ਚੀਜ਼ ਦੇ ਨਾਲ ਵੱਧ ਰਿਹਾ ਹੈ? ਜੋ ਐਗਜ਼ੌਸਟ ਨਿਕਲਦੀ ਹੈ, ਐਗਜ਼ੌਸਟ ਦੇ ਵਿੱਚੋਂ ਵਹੀਕਲਸ ਦੇ ਐਗਜ਼ੌਸਟ ਵਿੱਚੋਂ ਜੋ ਪੋਲਿਊਸ਼ਨ, ਜੋ ਗੈਸ ਨਿਕਲਦੀ ਹੈ, ਦੈਟ ਇਜ਼ ਕਾਰਬਨ ਡਾਈਆਕਸਾਈਡ ਗੈਸ। ਆਪਸ਼ਨ 1, ਇਸ ਦੇ ਵਜ੍ਹਾ ਦੇ ਨਾਲ এনवायरमेंट ਦਾ ਟੈਂਪਰੇਚਰ ਜਿਹੜਾ ਹੈ ਉਹ ਇਨਕਰੀਜ਼ ਹੋ ਜਾਂਦਾ ਹੈ। ਸੋ ਦੈਟ ਲੀਡਸ ਟੂ ਗਲੋਬਲ ਵਾਰਮਿੰਗ। Question 28, students observe that a ball is moving slowly on a floor and in the end it stops suddenly due to the frictional force। What is the type of frictional force? ਤਾਂ ਇਹ ਨੈਕ ਪਹਿਲਾਂ ਵੀ ਕਰ ਚੁੱਕੇ ਹਾਂ। ਲਾਸਟ ਫ੍ਰਿਕਸ਼ਨ ਵਾਲੇ ਵੀਡੀਓ ਦੇ ਵਿੱਚ ਵੀ ਅਸੀਂ ਦੇਖਿਆ ਕਿ ਬਾਲ ਮੂਵ ਕਰ ਰਹੀ ਹੈ ਔਨ ਦਾ ਗਰਾਊਂਡ ਐਂਡ ਅਲਟੀਮੇਟਲੀ ਇਟ ਸਟਾਪਸ ਇਨ ਦਾ ਐਂਡ। ਉਹ ਹੌਲੀ ਹੌਲੀ ਮੂਵ ਕਰਦੇ ਕਰਦੇ ਸਟਾਪ ਹੋ ਜਾਂਦੀ ਹੈ ਸਡਨਲੀ ਇੱਕ ਫ੍ਰਿਕਸ਼ਨ ਦੀ ਵਜ੍ਹਾ ਦੇ ਨਾਲ। ਹੁਣ ਕਿਹੜੀ ਫ੍ਰਿਕਸ਼ਨਲ ਫੋਰਸ ਹੈ? ਯੂ ਹੈਵ ਟੂ ਆਂਸਰ ਦੈਟ which type of frictional force is responsible for the ball to stop? First is contact force, second is non-contact, third is magnetic, and fourth is electric। The contact हो रहा है between the surfaces of the ball and the ground। So answer 1, that is contact force is the right answer। Question 29, why grooves are made in tires of cars, trucks and buses? ਤਾਂ ਇਹ ਵੀ ਅਸੀਂ ਪੜ੍ਹ ਚੁੱਕੇ ਹਾਂ ਕਿ ਫ੍ਰਿਕਸ਼ਨ ਨੂੰ ਇਨਕਰੀਜ਼ ਕਰਨ ਵਾਸਤੇ ਹੀ ਇਹ ਜਿਹੜੇ ਟਾਇਰਸ ਦੇ ਵਿੱਚ ਗਰੂਵਸ ਬਣਾਏ ਜਾਂਦੇ ਹਨ ਤਾਂ ਕਿ ਇੱਕਦਮ ਉਹ ਸਲਿਪ ਹੋ ਕੇ ਜਾਂ ਸਕਿਡ ਨਾ ਕਰ ਜਾਣ। ਤਾਂ ਫ੍ਰਿਕਸ਼ਨ, ਸੈਕੰਡ ਆਪਸ਼ਨ, ਟੂ ਇਨਕਰੀਜ਼ ਫ੍ਰਿਕਸ਼ਨ ਇਜ਼ ਦ ਰਾਈਟ ਆਂਸਰ। Question 30, frictional force always acts in dash direction। ਹਮੇਸ਼ਾ ਫ੍ਰਿਕਸ਼ਨਲ ਫੋਰਸ ਕਿਹੜੀ ਡਾਇਰੈਕਸ਼ਨ 'ਚ ਲੱਗਦੀ ਹੈ? ਇਹ ਤੁਸੀਂ ਕਾਰਟ ਜਦੋਂ ਪੁੱਲ ਕਰ ਰਹੇ ਸੀ ਜਾਂ ਪੁਸ਼ ਕਰ ਰਹੇ ਸੀਗੇ ਤਾਂ ਤੁਸੀਂ ਦੇਖਿਆ ਕਿ ਅਗਰ ਤੁਸੀਂ ਧੱਕਾ ਮਾਰਿਆ ਜਾਂ ਕਿਸੇ ਨੇ ਸਾਈਕਲ ਤੋਂ ਧੱਕਾ ਮਾਰਿਆ ਤੁਹਾਨੂੰ ਤਾਂ ਫੋਰਸ ਤੁਹਾਨੂੰ ਕਿਸ ਤਰ੍ਹਾਂ ਅਪਲਾਈ ਹੋ ਰਹੀ ਹੈ। ਇਹ ਵੀਡੀਓ ਵਿੱਚ ਆਪਾਂ ਪੜ੍ਹ ਚੁੱਕੇ ਹਾਂ ਲਾਸਟ ਟਾਈਮ ਵੀ। ਤੇ ਫ੍ਰਿਕਸ਼ਨ ਦੀ ਕਈ ਐਗਜ਼ਾਮਪਲਸ ਹੈ ਕਿ ਅਗਰ ਜਿਸ ਵੀ ਡਾਇਰੈਕਸ਼ਨ 'ਚ ਤੁਸੀਂ ਫੋਰਸ ਅਪਲਾਈ ਕਰਦੇ ਹੋ ਫ੍ਰਿਕਸ਼ਨਲ ਫੋਰਸ ਉਸ ਨੂੰ ਰੋਕਣ ਵਾਸਤੇ ਉਸ ਤੋਂ ਉਲਟ ਡਾਇਰੈਕਸ਼ਨ, ਉਲਟ ਦਿਸ਼ਾ ਦੇ ਵੱਲ ਚੱਲਦੀ ਹੈ। ਸੋ fourth option, direction opposite to the motion of the object। ਜਿਸ ਦਿਸ਼ਾ ਦੇ ਵੱਲ ਕੋਈ ਆਬਜੈਕਟ ਮੂਵ ਕਰ ਰਿਹਾ ਹੈ ਉਸ ਤੋਂ ਉਲਟ ਦਿਸ਼ਾ ਦੇ ਵਿੱਚ ਹੀ ਫ੍ਰਿਕਸ਼ਨਲ ਫੋਰਸ ਹਮੇਸ਼ਾ ਐਕਟ ਕਰਦੀ ਹੈ। ਸੋ ਫ੍ਰਿਕਸ਼ਨਲ ਫੋਰਸ ਆਲਵੇਜ਼ ਐਕਟਸ in a direction opposite to the motion of the object। ਸੋ ਇਹ ਸੀ ਬੇਟਾ 30 ਕੁਐਸਚਨਸ ਤੁਹਾਡੇ ਪੇਪਰ ਦੇ ਵਿੱਚੋਂ।
ਇੱਥੇ ਤੁਹਾਡੇ ਨਾਲ ਡਿਸਕਸ ਇਹ ਹੋਏ ਆ, ਤੁਸੀਂ ਇਹਨਾਂ ਨੂੰ ਦੇਖਣਾ ਹੈ ਕਿ ਵਿਚ ਵਨਸ ਯੂ ਹੈਵ ਡਨ ਰੋਂਗ, ਔਰ ਉਹਨਾਂ ਮਿਸਟੇਕਸ ਤੋਂ ਸਿੱਖੋ, ਉਹਨਾਂ ਨੂੰ ਠੀਕ ਕਰੋ, ਰੈਕਟੀਫਾਈ ਦੈਮ ਐਂਡ ਲਰਨ ਕਰੋ, ਤਾਂ ਕਿ ਨੈਕਸਟ ਜਿਹੜਾ ਤੁਹਾਡਾ ਹੋਏਗਾ ਐਗਜ਼ਾਮ ਕੋਈ ਵੀ, ਉਹਦੇ ਵਿੱਚ ਤੁਸੀਂ ਇਸ ਨੂੰ ਇਹ ਗਲਤੀਆਂ ਦੁਬਾਰਾ ਨਾ ਦੁਹਰਾਓ। ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਕਿੰਨੇ ਆਂਸਰਸ ਠੀਕ ਹੈ। So hope to meet you in the next video. Till then, take care, work hard, and achieve your aim. Thank you.